ਜੇ ਜਨਾਨੀ ਪਿੱਛੇ ਜਹਾਜ਼ ਅਗਵਾ ਕਰਨ ਵਾਲੇ ਇੱਥੇ ਟਿਕਟਾਂ ਲੈ ਸਕਦੇ ਤੇ ਜਹਾਜ਼ ਅਗਵਾ ਇਸ ਵਾਸਤੇ ਕਰਕੇ ਲਗੇ ਉਹਨਾਂ ਨਾਲ ਪਿਆਰ ਕਿਉਂ ਨਹੀਂ? ਚੰਗੇ ਟ੍ਰੇਨਡ ਸਾਰਿਆਂ ਦਾ ਨਹੀਂ। ਹੁਣ ਤਾਂ ਫੇਰ ਉਹਨਾਂ ਨੂੰ ਕਰਵਾਏ ਆ, ਕਿਤੇ ਬਿਆਨ ਦਿੱਤਾ ਦੂਜੇ ਦਿਨ ਚਾਲੂ ਹੋ ਗਏ। ਮੈਂ ਆਖਿਆ ਚੰਗਾ ਮੇਰੇ ਇਸ ਤਰ੍ਹਾਂ ਬੰਦ ਰੱਖਣਗੇ ਤੇ ਸਸਤੇ ਹੋ ਜਾਣਗੇ, ਸਾਰੇ ਲੈ ਲੈਣਗੇ ਕਿ ਲੈਣੀ ਕਿਹੜਾ ਸੌਖੀ। ਅਸੀਂ ਵੀ ਇਹੀ ਸੋਚਿਆ। ਅਕਾਲੀ ਦਲ ਨੇ ਕਹਿ ਦਿੱਤਾ ਕਿ ਉਹ ਖਾਲਿਸਤਾਨ ਨਹੀਂ ਮੰਗਦੇ ਤੇ ਨਹੀਂ ਚਾਹੁੰਦੇ, ਕੀ ਤੁਸੀਂ ਖਾਲਿਸਤਾਨ ਦੀ ਮੰਗ ਨੂੰ ਠੀਕ ਸਮਝਦੇ ਹੋ? ਮੈਂ ਨਾ ਤਾਂ ਖਾਲਿਸਤਾਨ ਦੀ ਹਮਾਇਤ ਕਰਦਾ ਨਾ ਵਿਰੋਧ ਕਰਦਾ। ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ ਰਹਿਣਾ, 2 ਨੰਬਰ ਦੇ ਬਣ ਕੇ ਨਹੀਂ ਰਹਿਣਾ। ਇਹ ਹੁਣ ਸੈਂਟਰ ਸਾਨੂੰ ਦੱਸੇ ਕਿ ਨਾਲ ਰੱਖਣਾ ਜਾਂ ਨਹੀਂ ਰੱਖਣਾ, ਇਹ ਕੰਮ ਸੈਂਟਰ ਦਾ ਹੈ। ਮੈਂ ਕੋਈ ਚੌਂਕੀਦਾਰ ਨਹੀਂ ਵੀ ਉਹਨਾਂ ਦਾ ਕੰਮ ਮੈਂ ਕਰਾਂ। ਅਸੀਂ ਨਾਲ ਰਹਿਣਾ ਚਾਹੁੰਦੇ ਹਾਂ ਤੇ ਜੇ ਸਾਨੂੰ ਖਾਲਸਾ ਨੇ ਦੇ ਦਿੱਤਾ ਤੇ ਖੇੜੇ ਮੱਥੇ ਪ੍ਰਵਾਨ ਕਰਾਂਗੇ। ਜਿਹੜੇ ਬੇੜੀਆਂ ਦੇ ਵੱਟੇ ਬਲਦੇਵ ਸਿੰਘ ਨੇ ਪਾਏ ਹੋਏ ਨਹੀਂ ਪੈਣ ਦੇਣਾ। ਇਹ ਦੱਸੋ ਪੜ੍ਹ ਕੇ ਕੀ ਲਿਖਿਆ? ਤੇ ਨਾ ਮੈਂ ਵਿਰੋਧ, ਮੇਰਾ ਦ੍ਰਿਸ਼ਟੀਕੋਣ ਇਹ ਹੈ ਕਿ ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ। ਇਹਦੇ ਬਾਰੇ ਅੱਖਰ ਮੇਰੇ ਉਹਨੇ ਲਿਖਦੇ ਭਾਵੇਂ ਕਾਗਜ਼ ਹੋਰ ਕਰਦਾ ਹਾਂ ਤੇ ਨਾ ਵਿਰੋਧ, ਨਾ ਮੈਂ ਹਮਾਇਤ ਫੇਰ ਲਿਖਣੇ, ਨਾ ਮੈਂ ਹਮਾਇਤ ਕਰਦਾ ਹਾਂ ਨਾ ਵਿਰੋਧ। ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਹਿੰਦੁਸਤਾਨ ਵਿੱਚ ਰਹਿਣਾ ਬਰਾਬਰ ਦੇ ਸ਼ਹਿਰੀ ਬਣ ਕੇ। ਚਾਹੁੰਦਾ ਹਾਂ ਨਹੀਂ ਗਾ, ਚਾਹੁੰਦੇ ਹਾਂ। ਚਾਹੁੰਦੇ ਬਹੁਤ ਅੱਛਾ, ਸਾਰੇ ਸਿੱਖਾਂ ਦੀ ਗੱਲ ਹੈ। ਹਾਂਜੀ, ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ। ਇਹ ਸਾਨੂੰ ਸੈਂਟਰ ਗੌਰਮੈਂਟ ਦੱਸੇ ਸਾਨੂੰ ਸਿੱਖਾਂ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ। ਅਕਾਲੀ ਦਲ ਨੇ ਕੁਰਬਾਨੀ ਲਈ ਮਰਜੀਵੜਿਆਂ ਦੀ ਸੂਚੀ ਤਿਆਰ ਕੀਤੀ ਹੈ, ਪਰ ਤੁਹਾਡੇ ਪਾਸ ਵੱਖਰਾ ਭਰਤੀ ਦਾ ਰਜਿਸਟਰ ਹੈ। ਤੁਹਾਡੀ ਤੇ ਅਕਾਲੀ ਦਲ ਦੀ ਭਰਤੀ ਦਾ ਫਰਕ ਕੀ ਹੈ? ਇਹ ਅਕਾਲੀ ਦਲ ਨੂੰ ਪੁੱਛੋ, ਜਿਹੜਾ ਮੇਰਾ ਤਰੀਕਾ ਮੈਂ ਤਰੀਕਾ ਆਪਣਾ ਦੱਸ ਦਿੰਦਾ ਤੇ ਅਕਾਲੀ ਦਲ ਦਾ ਅਕਾਲੀ ਦਲ ਨੂੰ ਪੁੱਛਣਾ। ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ। ਅਸੀਂ ਇਹ ਕਹਿ ਕੇ ਭਰਤੀ ਕਰਾਉਂਦੇ ਹਾਂ, ਪਹਿਲਾਂ ਤਾਂ ਪੁੱਛੀਦਾ ਵੀ ਤੂੰ ਕਰੇ ਫਤਿਹ ਬੁਲਾਇਆ ਪੱਪੂ ਤੇ ਮੰਮੀ ਨੂੰ ਖੀਰਦੀ ਕਿ ਨਹੀਂ। ਜੇ ਤੂੰ ਕਹਿ ਰਹੇ ਬੁਲਾਇਆ ਤੇ ਫਿਰ ਉਹਨੂੰ ਆਖਿਆ ਤੂੰ ਨਾ ਲਿਖਵਾ ਦੇ। ਤੇ ਜਿਹਨੇ ਪੱਪੂ ਤੇ ਮੰਮੀ ਨੂੰ ਜਾ ਕੇ ਫਤਿਹ ਬੁਲਾਉਣੀ ਹੁੰਦੀ ਉਹਨੂੰ ਆਖਿਆ ਤੁਸੀਂ ਮੈਨੂੰ ਅੜਕ ਕੇ ਆ ਜੀ। ਹਾਂਜੀ, ਫੇਰ ਨਾਲ ਇਹ ਕਹੀਦਾ ਵੀ ਜਿਹਨੇ MLA ਦੀ ਟਿਕਟ ਲੈਣੀ ਹੈ ਉਹ ਥੱਲੇ ਲਿਖਵਾ ਦੇ, ਮੇਰੇ ਕੋਲ ਟਿਕਟ ਵਾਲਾ ਵੀ ਥਾਂ ਹੈ ਨਹੀਂ ਕੋਈ। ਜਿਹੜੇ ਮੁੰਡਾ ਕੁੜੀ ਚੇਅਰਮੈਨ ਲਾਉਣਾ ਜਾਂ ਕਿਸੇ BA ਵਿੱਚ ਕੋਈ ਦਾਖਲਾ ਦਵਾਉਣਾ, ਮੇਰੇ ਕੋਲ ਕੋਈ ਹੈ ਨਹੀਂ ਗਾ, ਉਹ ਥੱਲੇ। ਮੇਰੇ ਕੋਲ ਤਾਂ ਇਹ ਹੈ ਇਹਨੇ ਭੈਣਾਂ ਦੀ ਲੁੱਟੀ ਹੈ ਤੇ ਸ਼ਹੀਦਾਂ ਦਾ ਪੀਤਾ ਖੂਨ ਤੇ ਗੁਰੂ ਦੀ ਕੀਤੀ ਜਲਦੀ, ਉਹਨਾਂ ਤੋਂ ਹੱਕ ਲੈਣਾ ਹੈ ਤੇ 30 ਤਾਰੀਖ ਤੇ ਰੱਖ ਕੇ ਸੜਕ ਤੇ ਤੁਰਨਾ ਹੈ, ਉਹ ਮੇਰੇ ਕੋਲ ਲਿਖਵਾ ਦਿਓ। ਸਾਡੇ ਕੋਲੇ ਲਾਲ ਟਹਿਣੀ 72 ਹੂਰਾਂ ਤੇ ਅੰਗੂਰਾਂ ਦੀ ਸ਼ਰਾਬ ਮਿਲੂਗੀ। ਇਹ ਹੈ ਨਹੀਂ ਜੇ 72 ਹੂਰੇ ਮਿਲ ਲੱਗੇ ਫਿਰ ਕੀ ਬਣੇ। ਇਹ ਕਹਿ ਕੇ ਲਿਖਵਾਈ ਦਾ, ਜਿਹਦਾ ਚਿੱਤ ਕਰਦਾ ਲਿਖਵਾ, ਜਿਹਦਾ ਨਹੀਂ ਚਿੱਤ ਮੰਨਦਾ ਵੀ ਮੇਰੇ ਕੋਲ ਤਾਕਤ ਨਹੀਂ ਜਾਂ ਮੈਂ ਕਰ ਨਹੀਂ ਸਕਦਾ, ਉਹ ਨਹੀਂ ਵੀ ਲਿਖਾਉਂਦਾ। ਬਾਕੀ 16 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਬਹੁਤਿਆਂ ਦਾ ਨਾਂ ਨਾ ਲਿਖਿਆ। ਐਲਾਨ ਮੈਂ ਕੀਤਾ ਨੀਗਾ, ਨਾ ਯਾਰ ਮੇਰੇ ਵੱਲੋਂ ਕਰਿਓ, ਅਖਬਾਰ 'ਚ ਨਾ ਦੇ ਦਾਂਗਾ। ਐਲਾਨ ਮੈਂ ਨਹੀਂ ਕੀਤਾ, ਪਰ ਫਿਰ ਵੀ ਮਾਰ ਦੀ ਕਿਰਪਾ ਨਾਲ 32,000 ਤੇ 735 ਹੋ ਗਏ। ਨਾ ਲਿਖ ਦੇਣੀ ਵੀ ਤੇ ਮੈਂ ਅਕਾਲੀ ਦਲ ਦੇ ਦਫ਼ਤਰ 'ਚ ਹੀ ਭੇਜ ਦਿੰਦਾ, ਕਿਉਂਕਿ ਉਹ ਦਫ਼ਤਰ ਵਾਲੀ ਲਿਖਤ ਸੰਤ ਜੀ ਕੋਲੇ ਮਗਰੋਂ ਆਉਂਦੀ ਹੈ, ਦਰਬਾਰ ਕੋਲੇ ਪਹਿਲਾਂ ਜਾਂਦੀ ਹੈ। ਇਸ ਵਾਸਤੇ ਮੈਂ ਵੱਖਰੇ ਲਿਖੇ ਹੈ। ਹਾਂ, ਲਿਖੇ ਸੰਤਾਂ ਨੂੰ ਪੁੱਛ ਕੇ ਲਿਖਣ ਦਾ ਕਾਰਨ ਇਹ ਬਣਿਆ ਕਿ ਜਿਵੇਂ ਹੁਣ ਪੰਡਾਲ ਭਰਿਆ, ਹੁਣ ਤਾਂ ਬਹੁਤ ਥੋੜੇ ਇੱਥੇ ਸਿਰ ਸਿੱਟਣ ਨੂੰ ਥਾਂ ਨਹੀਂ ਸਕਦਾ, ਸੂਚਨਾ ਤੱਕ ਵੀ ਲਿਖੇ। ਮੈਂ ਤਾਂ ਸੰਗਤ ਵੀਰ ਗਈ ਸੀ, ਪੜ ਗਈ ਸੀ ਵੀ ਅਸੀਂ ਥੱਲੇ ਨਹੀਂ ਲਿਖਾਉਣਾ ਗਾ, ਲਿਖਾਉਣਾ ਤੇਰੇ ਕੋਲੇ ਲਿਖਾਉਣਾ ਤੇ ਜੇ ਨਹੀਂ ਤੇ ਘਰ ਨੂੰ ਜਾਂਦੇ ਹਾਂ। ਫਿਰ ਮੈਂ ਕਦੇ ਬੈਠੇ ਮੈਂ ਸੰਤਾਂ ਕੋਲ ਜਾ ਕੇ ਦਫ਼ਤਰ ਪੁੱਛਿਆ ਵੀ ਸੰਗਤ ਤਾਂ ਸੁਭਾਅ ਬਣਾਈ ਬੈਠੀ, ਦੱਸੋ ਕੀ ਕਰੀਏ। ਜੇ ਤੁਸੀਂ ਕਹੋ ਤੇ ਮੈਂ ਲਿਖ ਲਵਾਂ, ਜੇ ਕੱਲ੍ਹ ਨੂੰ ਕਹੋ ਆਪਦਾ ਅਕਾਲੀ ਦਲ ਵੱਖਰਾ ਬਣਾਉਂਦਾ ਫਿਰਦਾ ਤੇ ਫਿਰ ਤੁਸੀਂ ਆਪਦਾ ਮੈਨੂੰ ਲਿਖਵਾ ਲਓ। ਜੇ ਲਿਖਦੇ ਤੇ ਸੰਤ ਕਹਿੰਦੇ ਲਿਖ ਲਾ, ਤੇ ਲਿਖ ਕੇ ਤੇ ਉਹਨਾਂ ਦੇ ਨਾਂ ਦਫ਼ਤਰ 'ਚ ਭੇਜ ਦੇ। ਮੈਂ ਕਿਹਾ ਜੀ ਮੇਰਾ ਜਵਾਬ ਹੈ। ਕਹਿੰਦੇ ਕਿਉਂ? ਮੈਂ ਤੁਹਾਡੇ ਕੋਲ ਰਿਪੋਰਟ ਪਿੱਛੋਂ ਆਉਣੀ ਹੈ ਉੱਥੋਂ ਵਾਲਿਆਂ ਦੀ, ਤੇ ਉੱਥੇ ਪਹਿਲਾਂ ਜਾਣੀ ਹੈ
ਤੇ ਜਿਹੜੇ ਮੇਰੇ ਰਜਿਸਟਰ ਦੁਆਰਾ ਤੁਹਾਡੇ ਕੋਲੇ ਆਏ ਤੇ ਉਹ ਦਿਨ ਚੜ੍ਹਦੇ ਨੂੰ ਸਾਰੇ ਜੇਲ੍ਹ 'ਚ ਹੋਣੇ ਆ। ਹਾਂ, ਮੈਂ ਇੱਕ ਸ਼ਰਤ ਤੇ ਤੁਹਾਨੂੰ ਯਕੀਨ ਦਿਵਾਉਂਦਾ ਵੀ ਜਿੱਦੇ ਤੁਸੀਂ ਮਰਜ਼ੀ ਬੜੇ ਇਕੱਠੇ ਕਰਕੇ ਕਿਸੇ ਪਾਸੇ ਤੋਰਨੇ ਆ, 32,000 ਤੇ ਕੁਝ ਸੈਂਕੜੇ ਦੇ ਹਿਸਾਬ ਨਾਲ ਮੇਰੇ ਕੋਲ ਨਾਂ ਆਏ ਆ, ਹਾਂਜੀ। ਤੇ ਤੁਸੀਂ ਜਿਹੜਾ 1,15,000 ਲਿਖਿਆ ਉਹ ਇੱਕ ਪਾਸੇ ਤੁਸੀਂ ਕਲਿਆਰ 32,000 ਦੀ ਲੈਣ ਲੱਗ ਕੇ ਮੈਂ ਕਲਿਆਰ ਦੂੰਗਾ। ਬੰਦੇ ਗਏ ਨੇ, ਬੰਦੇ ਮੈਂ ਦੇ ਦੂੰ, ਪੂਰੇ ਲਿਸਟ ਨਹੀਂ ਦੇਣੀ, ਕਿਉਂਕਿ ਇੱਥੇ ਹੁੰਦਾ ਵੀ ਜੇ ਤਾਂ ਤੂੰ ਯੂਥ ਵਿੰਗ ਨਾਲ ਦੱਸ, ਜੇ ਉਹ ਕਹਦੇ ਮੈਂ ਯੂਥ ਵਿੰਗ ਨਾਲ ਤੇ ਪੁਲਿਸ ਨੂੰ ਟੈਲੀਫੋਨ ਜਾਂਦਾ ਛੱਡ ਦਿਓ, ਜੇ ਉਹ ਕਹਦੇ ਮੈਂ ਫੈਡਰੇਸ਼ਨ ਨਾਲ ਕਹਿੰਦੇ ਕਿਤਾਬਾਂ ਚਾੜੋ, ਇੱਥੇ ਟੈਲੀਫੋਨ ਜਾਂਦਾ ਲਿਸਟ ਕਿਵੇਂ ਦੇ ਰੱਖਣਾ। 32,000 ਉਹਦੇ ਗਾਹ ਬੰਦ ਕਰ ਸਕਦੇ ਨਾ, ਤਾਂ ਅਖਬਾਰ 'ਚ ਕੱਢਿਆ, ਸੰਗਤ ਨੂੰ ਅਜੇ ਕੋਈ ਪਤਾ ਨਹੀਂ। ਨਹੀਂ ਮਤਲਬ ਕਿਹਾ ਨਹੀਂ ਅਸੀਂ 10,000 ਤਾਂ ਫੌਜੀ ਆ, ਫੌਜੀ ਹੈ ਨਾ ਹੀ ਨਹੀਂ ਕਿਸੇ ਦਾ ਲਿਖਿਆ। ਠੀਕ ਆ, 10,000 ਫੌਜੀ ਆ ਪੱਕਾ, ਜਰਨੈਲ ਮੇਜਰ ਕਰਨਲ ਮਿਲਦੇ ਸਾਰੇ, ਉਹਨਾਂ ਦੇ ਉਹੀ ਗੁਪਤ ਰੱਖੇ ਆ, ਲਿਖੇ ਨਹੀਂ ਹੈ। ਮੈਂ ਕਿਹਾ ਲਿਖਿਆ ਕੀ ਪਤਾ ਕੋਈ ਵਿੱਚ ਬੇਈਮਾਨ ਚੁੱਕ ਕੇ ਦੇ ਦੇ ਲਿਸਟ। 10,000 ਤੇ 10,000 ਤੇ 10,000 ਕੋਲੇ ਹਥਿਆਰ। ਐਲਾਨ ਮੇਰਾ ਹੈ ਵੀ ਬੰਬ, ਤੋਪ, ਗ੍ਰਨੇਡ, ਬਰੇਨ ਗਨ ਜੋ ਰੱਖੀ ਰੱਖੋ। ਬਹਿ ਜਾਓ ਭਾਈ, ਸਭ ਪੁੱਛ ਲੈਣਾ। ਸਭ ਕਰਦੇ ਹੋ ਕਿ ਵਰਤਮਾਨ ਸਮੇਂ ਵਿੱਚ ਨਿਰਾਲਾ ਸਿੱਖ ਰੂਪ ਖਤਰੇ ਵਿੱਚ ਹੈ। ਕੀ ਬਹੁ ਗਿਣਤੀ ਦੇ ਫਿਰਕਾ ਪਰਸਤ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ? ਇਸ ਦੇ ਟਾਕਰੇ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਸੋਚਦੇ ਹੋ? ਇਹ ਅਨੁਭਵ ਕਰ ਲਿਆ ਹੈ, ਜੋ ਤੁਸੀਂ ਪ੍ਰਸ਼ਨ ਕੀਤਾ ਠੀਕ ਹੈ। ਜਿਹੜੀ ਬਹੁ ਗਿਣਤੀ ਉਹ ਘੱਟ ਗਿਣਤੀ ਨੂੰ ਆਪਣੇ ਜਜ਼ਬ ਕਰਕੇ ਖਤਮ ਕਰਨਾ ਚਾਹੁੰਦੀ, ਉਹ ਹੈ ਨੀ ਖਤਮ ਕਰਨਾ ਚਾਹੁੰਦੀ ਹੈ। ਇਹਦੇ ਟਾਕਰੇ ਵਾਸਤੇ ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੀ ਇਕੱਤਰਤਾ, ਸਮੁੱਚੇ ਤੌਰ ਤੇ ਮਾਨਵਤਾ ਦਾ ਪਿਆਰ, ਵਿਸ਼ੇਸ਼ ਤੌਰ ਤੇ ਸਿੱਖ ਜਗਤ ਦੀ ਇਕੱਤਰਤਾ, ਸਮੁੱਚੇ ਤੌਰ ਤੇ ਮਾਨਵਤਾ ਦਾ ਪਿਆਰ ਪ੍ਰਾਪਤ ਕਰਨਾ। ਇੱਕ ਤਾਂ ਹੈ ਕਿ ਖਤਰਾ ਹੈ ਵੀ ਦੁਨਿਆਵੀ ਪੱਖ ਤੋਂ, ਪਰ ਧਾਰਮਿਕ ਪੱਖ ਤੋਂ ਮੁੱਖ ਰੱਖ ਕੇ ਮੈਂ ਖਤਰਾ ਬਹੁਤਾ ਪ੍ਰਤੀਤ ਮਹਿਸੂਸ ਨਹੀਂ ਕਰਦਾ। ਰਾਜਨੀਤੀ ਪੱਖ ਤੋਂ ਹੈ, ਧਾਰਮਿਕ ਪੱਖ ਤੋਂ ਮੈਂ ਬਹੁਤਾ ਮਹਿਸੂਸ ਇਸ ਵਾਸਤੇ ਨਹੀਂ ਕਰਦਾ ਕਿ ਡਰ ਬੱਕਰੀਆਂ ਤੇ ਭੇਡਾਂ ਨੂੰ ਹੁੰਦਾ, ਸ਼ੇਰਾਂ ਨੂੰ ਨਹੀਂ। ਆਪਾਂ ਕਣਗੀ ਧਰ ਦੇ ਪੋਪਾਂ ਕਿਤੇ ਗੁੱਡੀ ਚਲੀ ਜਾਂਦੀ। ਸਿੱਖਾਂ ਬਾਰੇ ਤੁਹਾਡੀ ਕੀ ਰਾਏ ਹੈ? ਕੀ ਉਹ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਖੁਸ਼ ਕਰਨ ਲਈ ਅਕਾਲੀ ਲੀਡਰਸ਼ਿਪ ਤੇ ਤੁਹਾਡੇ ਵਿਰੁੱਧ ਬਿਆਨ ਦੇ ਰਹੇ ਹਨ? ਉਹਨਾਂ ਦੀ ਸੋਚ ਵੱਖਰੀ ਹੈ ਜਾਂ ਉਹ ਨਿੱਜੀ ਸਵਾਰਥੀ ਨੇ? ਕਾਂਗਰਸ ਵਿੱਚ ਜਿਹੜੇ ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਸੱਚਾਈ ਦੇ ਤੌਰ ਤੇ, ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ। ਤੇ ਜਿਹੜੇ ਸਿੱਖ ਇੰਦਰਾ ਦੀਆਂ ਚਪਲੀਆਂ ਝਾੜਨ ਦੇ ਸ਼ੌਕੀਨ ਹੈ, ਉਹਨਾਂ ਨੂੰ ਮੈਂ ਸਿੱਖ ਨਹੀਂ ਸਮਝਦਾ, ਬਟਰੂਪੀ ਸਮਝਦਾ। ਹਾਂ, ਇੱਕ ਗੱਲ ਨਿਸ਼ਚੈ ਨਾਲ ਕਹਿ ਦਿੰਦਾ ਕਿ ਮੰਤਰੀ ਮੰਡਲ ਵਿੱਚ ਜੋ ਹੈ, ਜਨਤਾ ਵਿੱਚ ਕਾਂਗਰਸੀ ਨਹੀਂ, ਜਿਹੜੇ ਮੰਤਰੀ ਮੰਡਲ ਵਿੱਚ ਹੈ ਉਹਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਨਹੀਂ ਮੰਨਦਾ, ਸਿੱਖ ਉਹਨਾਂ ਨੂੰ ਇੰਦਰਾ ਦੇ ਮੰਨਦਾ। ਜਿਹਦਾ ਤੂੰ ਨਾ ਬਹੁਤਾ ਬੋਲਿਆ ਘਰੇ ਹਟ ਜਾਣਗੇ, ਜਿਹਦਾ ਮੈਂ ਸਬੂਤ ਦੇਣਾ ਚਾਹੁੰਦਾ। ਲਾਲਾ ਜਗਤ ਨਾਰਾਇਣ ਦੀ ਮੌਤ ਹੋਈ, ਮੈਥੋਂ ਬਿਨਾ ਅਕਾਲੀ ਮੰਡਲ ਨੇ ਵੀ, ਕਾਂਗਰਸੀ ਮੰਡਲ ਨੇ, ਸਾਰੇ ਨੇ ਅਫਸੋਸ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲੱਗ ਗਈ, ਲਾ ਦਿੱਤੀ ਗਈ ਰਾਜ ਵਾਲਿਆਂ ਵੱਲੋਂ। ਹਿੰਦੁਸਤਾਨ ਦਾ ਇੱਕ ਵੀ ਕਾਂਗਰਸੀ ਬਾਂਹ ਖੜੀ ਕਰਕੇ ਗਏ ਜਿਹਨੇ ਨਿਖੇਧੀ ਕੀਤੀ ਹੈ, ਸਾਰੇ ਹਿੰਦੁਸਤਾਨ ਦੇ। ਉੱਥੋਂ ਸਿੱਧ ਹੁੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ, ਇੰਦਰਾ ਦੀਆਂ ਚਪਲੀਆਂ ਦੇ ਸਿੱਖ। ਸਰ ਸਾਹਿਬ ਨੇ ਉੱਥੇ ਇਹੀ ਦੱਸਿਆ ਜੀ, 25 ਮਿੰਟ ਦੀ ਟੇਪ ਹੋ ਗਈ। ਬੜਾ ਇੱਕ ਕਹਿਲ ਹੋਇਆ। ਮੈਂ ਉਹਨੇ ਇਹ ਪੁੱਛਿਆ ਸੀ ਕਿ ਤੂੰ ਇੰਦਰਾ ਦਾ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ? ਕਿਆ ਬੈਠਾ ਜੀ ਪਹਿਲਾਂ, ਉਹ ਕਿਆ ਬਹਿ ਗਿਆ। ਮੈਨੂੰ ਇਹ ਕੀ, ਮੈਂ ਪੁੱਛਿਆ ਤੂੰ ਇੰਦਰਾ ਦਾ ਸਿੱਖ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ? ਕਹਿੰਦਾ ਤੈਨੂੰ ਸ਼ੱਕ ਹੈ? ਮੈਨੂੰ ਤਾਂ ਸ਼ੱਕ ਨਹੀਂ ਜੀ।
ਮੈਨੂੰ ਤਾਂ ਨਿਸ਼ਚੈ ਵੀ ਤੂੰ ਇੰਦਰਾ ਦਾ ਸਿੱਖ ਆ, ਤੂੰ ਦੱਸ ਕੀ ਹੈ। ਅਸੀਂ 5 ਜਾਣੇ ਸੀ, ਸਵਰਨ ਸਿੰਘ, ਬਲਵੰਤ ਸਿੰਘ ਲੱਡੂ ਸਾਹਿਬ ਖਜ਼ਾਨੀ ਸੀ, ਖਜ਼ਾਨਾ ਮੰਤਰੀ, ਤੇ ਹੁੰਦਲ ਤੇ ਭਾਨਸ ਦੇ ਦੋ 5 ਸੀ ਅਸੀਂ। ਮੈਨੂੰ ਕਹਿਣ ਲੱਗਾ ਮੈਂ ਗੁਰੂ ਕਾ ਸਿੱਖ ਹਾਂ। ਅੱਜ ਮੈਂ ਤੈਨੂੰ ਕਹੀ ਜਾਣਾ ਤੂੰ ਇੰਦਰਾ ਦਾ ਸਿੱਖ ਹੈ, ਤੂੰ ਗੁਰੂ ਕਾ ਸਿੱਖ ਨਹੀਂ। ਉਹਨਾਂ ਦਾ ਅੱਗੇ ਸੁਣਿਆ ਸੀ ਤੁਸੀਂ ਕਰੜੇ ਬਹੁਤ, ਅੱਜ ਵੇਖ ਲਿਆ। ਮੈਂ ਚੱਲ ਚੰਗਾ, ਪਰ ਮੈਂ ਕਿਹਾ ਇੰਨਾ ਦੱਸ ਵੀ ਤੁਸੀਂ ਸੱਚ ਨੂੰ ਕਰੜਾ ਮੰਨਦੇ ਕਿ ਝੂਠ ਨੂੰ। ਜਿਹੜਾ ਸੱਚ ਨੂੰ ਕਰੜਾ ਮੰਨਦੇ ਪੂਰਾ ਸਪਸ਼ਟ ਹੈ, ਜੇ ਝੂਠ ਨੂੰ ਮੰਨਦੇ ਝੂਠ ਸਿੱਧ ਕਰਕੇ ਨਾ ਦੱਸੋ। ਫਿਰ ਆਹ ਮਿਸਾਲ ਦਿੱਤੀ ਸੀ। ਮੈਂ ਤੂੰ ਲਾਲੇ ਦੀ ਨਿਖੇਧੀ ਕੀਤੀ ਕਿ ਨਾ ਕੀਤੀ ਹੈ। ਮੈਂ ਗੁਰੂ ਗ੍ਰੰਥ ਸਾਹਿਬ ਦੇ ਸੜ ਜਾਣ ਦੀ ਨਿਖੇਧੀ ਕੀਤੀ ਆ। ਕਹਿੰਦਾ ਨਹੀਂ। ਤੇ ਮੈਂ ਫਿਰ ਕਿਉਂ? ਆਂਦਾ ਜੀ ਉਹਨੇ ਇੱਥੇ ਚਾਤਰਤਾ ਵਰਤੀ। ਆਂਦਾ ਇਹ ਅਣਗਹਿਲੀ ਹੈ। ਉਹ ਪੜ੍ਹਿਆ ਲਿਖਿਆ ਵਾਵਾ ਨਾ। ਆਂਦਾ ਅਣਗਹਿਲੀ ਹੈ। ਮੈਂ ਕਿਹਾ ਆਪਾਂ ਹੁਣ ਕੱਢ ਲੈਂਦੇ ਹਾਂ। ਆਂਦਾ ਅਣਗਹਿਲੀ ਆ, ਗਲਤੀ ਨਹੀਂ, ਮੈਂ ਹੁਣ ਸ਼ੁਰੂ ਕਰ ਲਿਆ। ਕਹਿੰਦਾ ਦੱਸੋ। ਮੈਂ ਕਿਹਾ ਬੈਠੇ ਪ੍ਰੈਸ ਵਾਲੇ ਬਾਹਰ, ਤੇ ਉਹਨਾਂ ਨੂੰ ਸੱਦ ਲਿਆ ਇੱਥੇ ਤੇ ਬਿਆਨ ਦੇ ਦੇ ਵੀ ਮੈਥੋਂ ਅਣਗਹਿਲੀ ਹੋ ਗਈ ਹੈ ਤੇ ਮੈਂ ਆਪਣੇ ਇਸ ਦਾ ਹੱਕ ਲਵਾਂਗਾ। ਕਹਿੰਦਾ ਜੀ ਮਜਬੂਰੀ ਹੈ। ਮੈਂ ਕਿਹਾ ਇੰਦਰਾ ਦਾ ਸਿੱਖ ਐਵੇਂ ਨਹੀਂ ਜਾ ਕੇ ਉਹਨੇ ਬਾਹਰ ਸੱਚ ਲਿਖ ਦਿੱਤਾ ਸਾਰਾ ਕੁਝ। ਅਣਗਹਿਲੀ ਤੋਂ ਦੂਰ ਕਰ ਲਓ, ਕਿਹੜਾ ਜੋਰ ਲੱਗਣਾ। ਅਕਾਲੀ ਦਲ ਹਮੇਸ਼ਾ ਮੰਗ ਕਰਦਾ ਹੈ ਰਾਸ਼ਟਰਪਤੀ ਸਿੱਖ ਬਣਾਓ, ਸਿੱਖਾਂ ਨੂੰ ਵਜ਼ੀਰੀਆਂ ਦਿਓ, ਰਾਜ ਭਾਗ ਵਿੱਚ ਹਿੱਸਾ ਦਿਓ, ਸਭ ਤਾਈਂ ਅਸੀਂ ਹਿੱਸਾ ਮੰਗਦੇ ਹਾਂ। ਕੀ ਸਰਕਾਰ ਵਿੱਚ ਕੁਝ ਸਿੱਖਾਂ ਨੂੰ ਉੱਚ ਪਦਵੀਆਂ ਦੇਣ ਨਾਲ ਸਿੱਖ ਕੌਮ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ? ਕੀ ਇਸ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਹੁੰਦਾ ਹੈ? ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਤੇ ਉਸੇ ਆਸ਼ ਤੇ ਚੱਲਣ ਵਾਲਾ ਹੋਵੇ ਤੇ ਫੇਰ ਹੋ ਸਕਦਾ ਹੈ। ਜਿਹੜਾ ਗੁਰੂ ਦਾ ਬਹਾਨਾ ਬਣਾ ਕੇ ਤੇ ਕੁਰਸੀ ਦਾ ਮਾਲਕ ਬਣ ਕੇ ਤੇ ਮੁੜ ਕੇ ਜਨਾਨੀਆਂ ਚੱਪਲਾਂ ਝਾੜਨ ਦਾ ਸ਼ੌਕੀਨ ਹੋ ਜਾਵੇ, ਉਹਦੇ ਤੋਂ ਕੋਈ ਲਾਭ ਨਹੀਂ ਸੀ। ਦੂਜੀ ਇਤਿਹਾਸਕ ਮਿਸਾਲ ਹੈ, ਜੇ ਜਹਾਂਗੀਰ ਦੇ ਟਾਈਮ ਵਿੱਚ ਗਿਆਨੀ ਜ਼ੈਲ ਸਿੰਘ ਨਾਲੋਂ 10 ਗੁਣਾ ਤਾਕਤ ਰੱਖਣ ਵਾਲਾ ਦੀਵਾਨ ਚੰਦ ਚੰਦੂ, ਉਹਦੇ ਟਾਈਮ ਵਿੱਚ ਕਿੰਨੇ ਹਜ਼ਾਰ ਗਈਆਂ ਹਿੰਦੂਆਂ ਦੀਆਂ ਛੜਾ ਕੇ ਪੱਗ ਵਾਲੇ ਲਿਆਏ ਨਾ। ਫਿਰ ਹਿੰਦੂ ਕਿਉਂ ਪਿੱਟੀ ਜਾਂਦੇ ਆ ਕਿ ਮੁਸਲਮਾਨਾਂ ਨੇ ਸਾਡੀ ਇੱਜ਼ਤ ਲੁੱਟ ਲਈ। ਗਿਆਨੀ ਜ਼ੈਲ ਸਿੰਘ ਵਾਲੇ ਥਾਂ ਤੇ ਅਸੀਂ ਉਹ ਹੁਣ ਛੜਾ ਲੈਣੀਆਂ ਚਾਹੀਦੀਆਂ, ਫਿਰ ਕਿਉਂ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਆ? ਜੇ ਇੱਕ ਬੰਦੇ ਨੂੰ ਦੁਨੀਆ ਵਿੱਚੋਂ ਖਰੀਦ ਕੇ ਪਦਵੀ ਦੇ ਕੇ ਬਾਕੀ ਦੀ ਇੱਜ਼ਤ ਲੁੱਟੀ ਜਾਣੀ ਬਹਾਨਾ ਬਣਾ ਕੇ, ਉਹਦੇ ਨਾਲ ਕੌਮ ਤਾਂ ਸੰਤੁਸ਼ਟ ਨਹੀਂ ਹੋ ਸਕਦੀ। ਇਹ ਮਿਸਾਲ ਇੱਕੋ ਦਿੱਤੀ ਹੈ, ਵੈਸੇ ਤਾਂ ਹੋਰ ਬਥੇਰੀਆਂ ਹੋਣਗੀਆਂ। ਸਿੱਖ ਇੱਕ ਵੱਖਰੀ ਕੌਮ ਹੈ, ਚਰਚਾ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਨਿਹਚੇ ਵਾਚਕ ਲਿਖ ਲੈ ਰਹੇ ਤੇ ਸਮਾਂ ਸਿੱਖ ਪਹਿਲਾਂ ਕਿਹੜੇ ਪੱਖ ਤੋਂ ਦੱਸਾਂ? ਰਾਜਨੀਤੀ ਤੋਂ ਦੱਸਣਾ, ਧਰਮ ਤੋਂ ਫਿਰ ਦੱਸ ਦੂੰਗਾ। ਪਰ ਪਹਿਲਾਂ ਮੈਨੂੰ ਧਰਮ ਤੋਂ ਦੱਸਣੀ ਚਾਹੀਦੀ ਕਿਉਂਕਿ ਮੈਂ ਧਰਮੀ ਹਾਂ। ਧਾਰਮਿਕ ਪੱਖ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਸਿੱਖ ਵੱਖਰੀ ਕੌਮ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਮਾਰਿਆ ਸਿੱਕਾ ਜਗਤ ਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਆਪਣਾ ਪੰਥ ਨਿਰਾਲਾ। ਹੋ ਗਿਆ। 10ਵੇਂ ਪਾਤਸ਼ਾਹ ਤੋਂ ਲਿਖ ਲਓ, ਜਬਲਾ ਖਾਲਸਾ ਰਹਿ ਨਿਆਰਾ, ਕਬਲਾ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਕ। ਸਰਬਲੋਕ ਸਿੰਘੂ ਇਤਨੇ ਹੈ। ਇਸ ਵਾਸਤੇ ਵੀ ਸਿੱਖ ਵੱਖਰੀ ਕੌਮ ਹੈ। ਬਾਕੀ ਸਿੱਖ ਮੁੱਢ ਹੈ, ਬਾਕੀ ਟਹਿਣੀਆਂ ਪਤਰਿਆਦਿਕ। 33 ਕਰੋੜ ਦੇਵਤਾ, 9 ਕਰੋੜ ਦੇਵੀ, 1.25 ਲੱਖ ਪੈਗੰਬਰ, 64 ਜੋਗਣੀਆਂ, 52 ਵੀਰ, 84 ਸਿੱਧ, 6 ਜਪੀ, 9 ਨਾਥ, 10 ਗੁਰੂ, ਇੱਕ ਵੀ ਬਿਨਾਂ ਕੇਸਾਂ ਤੋਂ ਨਹੀਂ। ਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਦੌੜਾ। ਕੇਸ ਦੌੜਾ ਪੱਗ ਹੋਵੇ ਸਰਦਾਰ ਕਹਿਣਗੇ, ਟੋਪੀ ਧੋਤੀ ਜਨੇਊ ਤੇ ਤਿਲਕ ਹੋਵੇ ਹਿੰਦੂ ਕਹਿਣਗੇ, ਸੁੰਨਤ ਕੀਤੀ ਹੋਵੇ ਬਾਂਗਾਂ ਦੇ ਨਾਲ ਤੇ ਮੁਸਲਮਾਨ ਕਹਿਣਗੇ। ਦੁਨੀਆ ਵਿੱਚ ਬਿਨਾਂ ਸਿੱਖ ਤੋਂ ਮੈਨੂੰ ਜਨਮ ਲੈਂਦਾ ਵਿਖਾ ਦਿਓ ਕੋਈ।
ਜਨਮ ਸਿੱਖ ਲੈਂਦਾ, ਮੁੜ ਕੇ ਮੁੰਨ ਕੇ ਬਣਾਈਦੇ ਆ। ਕੈਂਚੀ ਨਾਲ ਕੇਸ ਨਾ ਕੱਟੋ, ਬੋਦੀ ਨਾ ਬਣਾਓ ਤੇ ਸਿੱਖ। ਕੈਂਚੀ ਨਾਲ ਸੁਨਤ ਨਾ ਕਰੋ, ਲਵਾ ਨਾ ਕੱਟੋ ਤੇ ਤਾਂ ਵੀ ਸਿੱਖ। ਜਿਹੜੀ ਨਿਰਵੈਰ ਸ਼ਕਤੀ, ਜਿਹਨੂੰ ਅੱਲਾ, ਖੁਦਾ, ਅਕਾਲ, ਵਾਹਿਗੁਰੂ, ਮਿਹਰਬਾਨ, ਕਰੀਮ, ਰਹੀਮ ਇਹ ਅੱਖਰ ਵਰਤੀਦੇ ਆ, ਰਾਮ ਕ੍ਰਿਸ਼ਨ ਵਰਤੀਦਾ, ਉਹ ਨਿਰਵੈਰ ਸ਼ਕਤੀ ਇੱਕ ਹੈ ਨਾ। ਇੱਕ ਨਿਰਵੈਰ ਸ਼ਕਤੀ ਨੇ ਕੁੱਲ ਨੂੰ ਸਿੱਖੀ ਸਰੂਪ ਵਿੱਚ ਪ੍ਰਗਟ ਕੀਤਾ। ਤੇ ਸਿੱਖ ਵੱਖਰੀ ਕੌਮ ਨਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਆ। ਇਹ ਹੁਣ ਤਾਂ ਕੰਨ ਜਿਹਾ ਥੋੜਾ ਜਿਹਾ ਲਾਉਣਾ, ਗੱਲ ਕਿਤੇ ਬੈਠ ਕੇ ਸਭਾ ਦੀ ਕੀਤੀ ਹੋਈ ਨਾ, ਫਿਰ ਪਤਾ ਲੱਗਣਾ ਦੀ ਕੀਮਤ ਕੀ ਆ। ਵੱਡੇ ਤੋਂ ਵੱਡੇ ਫਿਲਾਸਫਰ ਕੋਲੇ ਕਹਿ ਰਹੇ ਜਿਹੜਾ ਮੁੰਡਾ ਪਿਓ ਨਾਲ ਨਹੀਂ ਰਲਦਾ, ਕੀ ਕਹੀਦਾ? ਕੋਈ ਨਾ ਕੋਈ ਕਿਸੇ ਦੇਵਤੇ ਗੁਰੂ ਪੀਰ ਦਾ ਤਾਂ ਹੈ ਨਾ, ਚਾਹੇ ਕਿਸੇ ਸੁਭਾਅ ਦਾ ਹੈ। ਕੋਈ ਐਸਾ ਦੇਵਤਾ ਪੀਰ ਨਹੀਂਗਾ ਜਿਹਦੇ ਕੇਸ ਕੱਟੇ ਦੀ ਦਾੜੀ ਮੁੰਨੀ ਹੈ। ਜਿਹੜਾ ਉਹਦੇ ਪਿਓ ਨੂੰ ਨਹੀਂ ਮੰਨਦਾ ਤੇ ਦੂਜਿਆਂ ਨਾਲ ਕੀ ਸਵਾਰ ਦੂ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ। ਇਹ ਲਿਖਣ ਵਾਲੀਆਂ ਗੱਲਾਂ ਹੁਣ ਤੇ ਯਾਦ ਨਹੀਂ ਰਹਿਣੀਆਂ ਮੁੜ ਕੇ। ਇਸ਼ਟ ਕਰਕੇ ਗੀਤ ਵਾਲੇ 18 ਅਧਿਆਇ, ਕੁਰਾਨ ਦੇ 30 ਸਿਪਾਰੇ ਹੈ। 30 ਸਿਪਾਰਿਆਂ ਵਿੱਚ ਹਿੰਦੂ ਨੂੰ ਥਾਂ ਨਹੀਂ ਤੇ 18 ਅਧਿਆਇ ਵਿੱਚ ਮੁਸਲਮਾਨ ਨੂੰ ਕੋਈ ਥਾਂ ਨਹੀਂ। ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨ ਫਰੀਦ ਜੀ ਬੈਠੇ ਹੈ, ਜਲਾਹਾ ਕਬੀਰ ਜੀ ਬੈਠੇ ਆ, ਨਾਮਦੇਵ ਸ਼ਿੰਬਾ ਬੈਠੇ ਆ, ਜੈਦੇਵ ਬ੍ਰਾਹਮਣ ਬੈਠੇ ਆ, ਸੈਣ ਨਾਈ ਬੈਠੇ ਆ, ਧੰਨਾ ਜੱਟ ਬੈਠਾ, ਪੀਪਾ ਰਾਜਾ ਬੈਠਾ ਤੇ ਵੇਸ ਵਾਲਾ ਪੇਸ਼ਾ ਤੱਕ ਪਿਆ ਕੇ ਗਣਕਾ ਵੀ ਬੈਠੇ ਆ, ਕਸਾਈ ਪੁਣਿਆ ਤਿਆਰ ਕਰਕੇ ਸਦਨਾ ਵੀ ਵਿੱਚ ਬੈਠਾ ਹੈ। ਹਾਂਜੀ, ਹਰੀਜਨ ਵਿੱਚ, ਵਾਲਮੀਕੀ ਵਿੱਚ ਬੈਠਾ। ਇੱਥੇ ਕਿਹੜਾ ਜੀ ਨੂੰ ਥਾਂ ਨਹੀਂ ਦਿੱਤਾ। ਇਸੇ ਵਾਸਤੇ ਕਿਹਾ ਕਬੀਰ ਜੀ ਦਾ ਰਾਵਤ ਜਾਤਿਓ ਹਟ ਕੇ ਨਾ ਹੀ ਕੋਏ, ਸੋ ਦਰ ਕੈਸੇ ਛੁੱਟ ਜੋ ਦਰ ਐਸਾ ਹੋਏ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਸ ਕਰਕੇ ਵੀ ਬਾਕੀ ਜਿਤਨੀ ਰਚਨਾ ਰਚੀ ਹੈ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਰਮਾਇਣ ਰਾਮਚੰਦਰ ਦੇ 10,000 ਅਵਤਾਰ, 10,000 ਵਰਾ ਅਵਤਾਰ ਧਨ ਤੋਂ ਪਹਿਲਾਂ ਰਚੀ ਤੇ ਕੁਰਾਨ ਮੁਹੰਮਦ ਦੇ ਪ੍ਰਲੋਕ ਗਮਨ ਤੋਂ 400 ਸਾਲ ਪਿੱਛੋਂ ਲਿਖੀ। ਇੱਕ ਚਿੱਠੀ ਤੁਸੀਂ ਲਿਖਾਉਂਦੇ ਆ ਤੇ ਸੰਤੋਖ ਤੋਂ ਲਿਖਦਾ, ਤੇ ਇੱਕ ਤੁਸੀਂ ਬੋਲ ਕੇ ਚਲੇ ਜਾਂਦੇ ਤੇ ਮੈਂ ਪਿੱਛੋਂ ਲਿਖਦਾ, ਤੇ ਇੱਕ ਤੁਸੀਂ ਦਿੱਲੀੋਂ ਆਏ, ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਨਾਂ ਤੇ ਲਿਖੀ ਗਈ ਹੈ। ਸਹੀ ਚਿੱਠੀ ਕਿਹੜੀ ਹੋਊਗੀ? ਜਿਹੜੀ ਤੁਸੀਂ ਹੁਣ ਲਿਖਵਾਈ ਉਹ ਕਿ ਜਿਹੜੀ ਪਿੱਛੋਂ ਤੇ ਜਾਂ ਪਹਿਲਾਂ ਸੀ? ਉਹ ਬੋਲਦਾ ਨਹੀਂ, ਤੇਰਾ ਨਾਂ ਨਹੀਂ ਮੈਂ ਬੁਲਾ ਕੇ ਦੇਣਾ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਦੁਨੀਆ ਵਿੱਚ ਜਿਹੜੀ ਗੁਰੂ ਨੇ ਆਪ ਕੰਠੋਂ ਉਚਾਰੀ, ਆਪ ਲਿਖਵਾਈ ਤੇ ਫਿਰ ਆਪ ਸੁਣੀ ਕੋਲ ਬੈਠ ਕੇ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਦੁਨੀਆ ਦਾ ਚੱਕਰ ਕੱਟ ਲਓ, ਮਸੀਤ, ਗਿਰਜਾ, ਮੰਦਰ, ਕਿਸੇ ਥਾਂ ਤੇ ਤੁਹਾਨੂੰ ਲੰਗਰ ਨਹੀਂ ਮਿਲੇਗਾ। ਲੰਗਰ ਮਿਲੇਗਾ ਤੇ ਇੱਕ ਗੁਰੂ ਦੇ ਦਰ ਤੋਂ ਮਿਲੇਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹਾਂਜੀ, ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੀ, ਟੋਪੀ ਨਹੀਂ ਰੱਖ ਸਕਦੀ, ਚੋਟੀ ਨਹੀਂ ਰੱਖ ਸਕਦੀ ਜੀ। ਮੁਸਲਮਾਨ ਦੇ ਘਰ ਵਾਲੀ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੀ ਗੀ। ਮਸੀਤ ਵਿੱਚ ਨਮਾਜ਼ ਨਹੀਂ ਪੜ੍ਹ ਸਕਦੀ। ਜੇ ਪੜ੍ਹ ਸਕਦੀ ਹੈ ਤੇ ਸਾਨੂੰ ਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਸਾਹਮਣੇ ਨਹੀਂ ਪੜ੍ਹ ਸਕਦੀ। ਤੇ ਤੁਹਾਡੇ ਕੋਲ 2 ਬੱਚੇ ਪੜ੍ਹਨ ਆਉਂਦੇ ਆ, ਇੱਕ ਇੱਥੇ ਬੈਠ ਕੇ ਪੜ੍ਹਦਾ, ਇੱਕ ਨੂੰ ਕਹਿੰਦੇ ਉੱਥੇ ਨੀਚੇ ਰਹੇ ਤੇ ਸਾਡੇ ਮੱਥੇ ਨਾ ਲੱਗੀ, ਥੱਲੇ ਰਹੋ। ਮੁੰਡਾ ਅਹਿਮ ਧਿਆਨ ਵਿੱਚ ਪਾਸ ਕਿਹੜਾ ਹੋਵੇਗਾ? ਜਿਹੜਾ ਤੁਹਾਡੇ ਕੋਲ ਬੈਠ ਕੇ ਪੜ੍ਹਦਾ ਹੋ ਕਿ ਜਿਹਨੂੰ ਤੁਸੀਂ ਮੱਥੇ ਨਹੀਂ ਲਾਇਆ? ਉਹ ਇਧਰ ਵੀ ਦੱਸ ਕਿਹੜਾ ਪਾਸ? ਜਿਹੜਾ ਕੋਲ ਬੈਠ ਕੇ ਪੜ੍ਹਦਾ ਉਹੀ ਨਾ। ਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਸਾਡੇ ਮੱਥੇ ਨਹੀਂ ਲੱਗ ਸਕਦੀ, ਮੇਰੀ ਪੂਜਾ ਨਹੀਂ ਕਰ ਸਕਦੀ, ਉਹਨੂੰ ਤੇ ਹੱਥ ਨੂੰ ਕੌਣ ਭੇਜੂ? ਮਰਦ ਤਾਂ ਪੁੱਜ ਗਿਆ। ਇੱਕ ਗੁਰੂ ਕਾ ਦਾਰਾ ਜਿਹਦੇ ਵਿੱਚ ਲਿਖਿਆ ਨਰ ਮਨੁੱਖਾਂ ਨੂੰ ਏਕ ਨਿਧਾਨਾ, ਗੁਰਬਾਣੀ ਦੀ ਪੰਕਤੀ ਹੈ। ਨਰ ਮਨੁੱਖਾਂ ਨੂੰ ਏਕ ਨਿਧਾਨਾ, ਸਾਂਝਾ ਖਜ਼ਾਨਾ ਦਿੱਤਾ। ਜੇ ਅੰਮ੍ਰਿਤ ਪੀਣਾ ਤੇ ਜਿੱਥੇ ਅੰਮ੍ਰਿਤ ਪਿਆਉਣ ਲੱਗਾ ਮੈਨੂੰ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਘਰ ਵਾਲੀ ਨੂੰ ਇਹ ਕਹਿਣਾ। ਉੱਥੇ ਨਹੀਂ ਕਹਿਣਾ ਬੋਲ ਵਾਹਿਗੁਰੂ ਜੀ ਕੀ ਖਾਲਸੀ ਵਾਹਿਗੁਰੂ ਜੀ ਕੀ ਫਤਿਹ, ਇਹ ਹੈ ਨਹੀਂ, ਉੱਥੇ ਫਤਿਹ ਹੀ ਹੈ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਹ ਤਾਂ ਧਾਰਮਿਕ ਪੱਖ ਤੋਂ ਸੂਖਮ ਜਿਹਾ ਤੁਹਾਨੂੰ ਦੱਸਿਆ। ਰਾਜਨੀਤੀ ਪੱਖ ਤੋਂ 1947 10 ਅਕਤੂਬਰ ਨੂੰ ਪਟੇਲ ਦੀ ਸਪੀਚ ਹੈ। ਉਹਨੇ ਕਿਹਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਭਾਵੇਂ ਬਹੁਤ ਨੀਵਾਂ ਅੱਖਰ ਹੈ, ਪਰ ਜੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਅੱਗੇ ਲਿਖਿਆ ਮੰਨੇ ਤਾਂ ਹੈ ਨਾ, ਚਲੋ ਜਰਾਇਮ ਪੇਸ਼ਾ ਮੰਨੇ ਹੈ। ਤੇ ਜੇ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਮੰਨੋ ਵੱਖਰੀ ਕੌਮ ਹੈ। ਜੇ ਸਿੱਖ ਹਿੰਦੂਆਂ ਦਾ ਕੰਗ ਹੈ ਤੇ ਵੱਖਰੇ ਨਹੀਂ, ਤੇ ਲਿਖੋ ਹਿੰਦੂ ਜਰਾਇਮ ਪੇਸ਼ਾ ਕੌਮ ਹੈ। ਜਾਂ ਤਾਂ ਹਿੰਦੂ ਜਰਾਇਮ ਪੇਸ਼ਾ ਕੌਮ ਲਿਖੋ ਜੇ ਹਿੰਦੂਆਂ ਦਾ ਕੰਗ ਸਿੱਖ, ਤੇ ਜੇ ਅੰਗ ਨਹੀਂ ਤੇ ਵੱਖਰੇ ਆ। ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਲਿਖੋ ਵੱਖਰੇ ਹੈ। ਹਰ ਅਖਬਾਰ ਇਸ਼ਤਿਹਾਰ ਵਿੱਚ ਆਉਂਦਾ ਸਿੱਖ ਅੱਤਵਾਦੀ, ਕਦੇ ਲਿਖਿਆ ਪੜਿਆ ਹਿੰਦੂ ਅੱਤਵਾਦੀ?
सारी दुनिया के अखबार च विखाओ। ते जे हिंदू सिख अतवादी है, एक मिनट रुक जा, जे सिख अतवादी है ते लिखो सिख वक्री कौम है, ते जे सिख हिंदुओं का एक अंग है ते लिखो हिंदू अतवादी है। है जी। टैन दुलकर लिखण वाला, टैन दुलकर 20 भागां विच अंग्रेजी की किताब छापी है। ਉਹਦੇ 7वें भाग ਵਿੱਚ 374 अंग ਤੇ महात्मा गांधी का बयान पढ़ लियो, जिन्हें लिखा कि हम हिंदुस्तान में 3 कौमों को मान्यता देते हूँ, हिंदू, मुस्लिम और सिख। ये उन्हें लिखा। ते स्ट्रगल शायद ਉਹਦਾ नाम किताब का इंडियन स्ट्रगल वजदी, स्ट्रगल सन की नाम विसर गया, स्ट्रगल। ਉਹਦੇ 309 अंग ਤੇ सुभाष चंद्र बोस की लिखी है। ਉਹਦੇ ਚ लिखा गया है महात्मा गांधी बारे भी ते होरनां लीडरां बारे भी कि सिख एक कौम है हिंदुस्तान विच, है जी। इस वास्ते सिख वक्री कौम है। अंग्रेजां दे टाइम विच सिख सिख नूं वोट पाउंदा सी, हिंदू हिंदू नूं पाउंदा सी, मुसलमान मुसलमान नूं पाउंदा सी। इस वास्ते सिख वक्री कौम है। तिरंगा झंडा 3 कौमां की थ्योरी से बनया। तो जदों झंडा मार्च होना सी जिस वेले ते अगे मशीन गनां बीड़ियां गईयां सी, तो उस वेले पटेल, मोतीलाल ते महात्मा गांधी इन्हां ने कहा भी हुण अगे मशीन गनां बीड़ियां ते झंडा मार्च करना, अगे किहनूं लाइए? कहंदे जी सिख सारे तो बहादुर है। बाबा खड़क सिंह जी नाल सी, वो अपने वालों सी ना उस वेले प्रधान जथेदार। तो उन्होंने कहा जी तुसीं अगे लगो। वो कहते बैठो आप एक बार साफ कर लीए भी आ जिहड़ा झंडा ये झंडे के थले रहने वास्ते आप हिंदुस्तानियों ने परण किया। उपर जिहदा रंग वो अगे लग जाओ, जिहदा विचाले रंग वो विचाले लग जाओ, थले रंग वो पिछे लग जाओ। चिट्टा रंग उपर सी, चिट्टे नूं बहुत पसंद करते ना, वो अगे लगो। हैदरी रंग विचाले सी, मुसलमान वो विचाले लगो, ते खट्टा रंग थले सी। उस वेले महात्मा गांधी ने ते मोतीलाल ने कहा इहदा की झंडा तो कर दिंदे आ ते रंग बदल। ये हसन वाली गल नहीं, अणख की गल है सिंघो, हसन वाली कली गल नहीं है, बड़ी अणख दी है। ते झंडे का रंग जिहड़ा केसरी सी उपर कीता, ते बाबा खड़क सिंह ने धौण ते गोडा रखा उपर रंग तुरा के, ते सिख वक्री कौम किवें नहीं? वो फिर मोतीलाल से लग जाते अगे। इस वास्ते भी सिख सरदार बहादुर जी वक्री कौम है जी। बाकी दुनिया की हिस्टरी पढ़ लो, दुनिया दे विच ऐसा मनुख तुहानूं कोई नहीं मिलेगा जिहड़ा 80 साल की उम्र सिर वड्डे तो सीस तली ते रख के तुरया होवे ते केवल सिख तुरया। इस वास्ते वक्री कौम है जी। ते 7 साल की उम्र कंध च खड़ो के किसी कौम के किसी बच्चे ने अज तक किसी बहादुर ने नहीं कहा कि मेरा सिर जान दो तो जान दो, मेरा धर्म नहीं जाना चाहिए, सिर जाए तो जाए, मेरा सिक्खी धर्म न जाए। है जी। ये कह सकता, सिख कह सकता, खोपरी लवा के बाइज ने बैठ के जालम नूं जुत्ती दे अगे ला के तोड़ सकता, सिख ला सकता। दुनिया के किसी कौम के किसी मनुख ने लाया तो दसो। इस वास्ते सिख वक्री कौम है। निश्चयवाचक सिख वक्री कौम है। क्योंकि पहली तो गल है सिख तो बिना जमदा ही कोई नहीं। ये सारे गुली शली राम होनी ते मुहम्मद अली होनी सारे केदा रख लेन, साडा तो रौला ही कोई नहीं गा। हमला होया सी दसूंगा जो हम कुछ नहीं थोड़े चिन्ह नहीं दसूंगा भी गौरमेंट जी है ये जथे नूं जलील करके थले लाना चाहती है कि जिथे जीत कारपोरेशन की जाती है उन्होंने फड़ के मारिया जाए, शहीद किया जाए, जख्मी किया जाए, दहशत बिठाई जाए। वो जिन्होंने करना करन। किन्ने कुछ सिंह शहीद होए ने? लगभग की किसे बहुत सारे सिखां नूं झूठे पुलिस मुकाबले दस के बहुत सारे सिख नौजवानों नूं शहीद किया गया। की किसी निरपक्ष कमीशन अगे ये झूठे पुलिस मुकाबले साबित कर सकते हो? हाँ बैठाओ कमीशन करांगे। कमीशन निरपक्ष
ਨਿਰਪੱਖ ਹੋਵੇ ਜਾਂ ਪੱਖ ਵਾਲਾ, ਤਾਂ ਉਹਨਾਂ ਨੂੰ ਪਤਾ ਹੋਗਾ ਅਸੀਂ ਤਾਂ ਸਬੂਤ ਦੇਣੇ ਆ। ਨਿਰਪੱਖ ਕਿਹੜਾ ਮੱਥੇ ਤੇ ਲਿਖਿਆ ਜੋ ਥਰਮਾਮੀਟਰ ਲਾ ਲੈਣਾ, ਇਹ ਜ਼ਮੀਰ ਨਾਲ ਹੀ ਨਿਰਪੱਖਤਾ। ਸੱਚ ਕਹਿਣ ਦੀ ਜ਼ਰੂਰਤ ਹੋਊਗੀ, ਨਿਰਪੱਖ ਹੋਊਗਾ। ਤੇ ਜੇ ਕਸ਼ਾਮ ਦੀ ਗੰਗਾ ਦੇ ਕੇ ਗੰਗਾ ਰਾਮ ਤੇ ਜਮਨ ਦੇ ਕੇ ਜਮਨ ਰਾਮ, ਤੇ ਫਿਰ ਉੱਥੇ ਨਿਰਪੱਖਤਾ ਕਰ। ਪੰਜਾਬ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਹੋ ਰਹੇ ਕਤਲਾਂ ਬਾਰੇ ਤੁਹਾਡਾ ਕੀ ਪ੍ਰਭਾਵ ਹੈ? ਕੀ ਇਹ ਜਥੇਬੰਦਕ ਤੇ ਵਿਚਾਰਧਾਰਕ ਗਰੁੱਪ ਦੀ ਕਾਰਵਾਈ ਹੈ ਜਾਂ ਕੁਝ ਸਮਾਜ ਵਿਰੋਧੀ? ਕੀ ਇਹ ਜਥੇਬੰਦਕ ਤੇ ਵਿਚਾਰਧਾਰਕ ਕਿਸੇ ਗਰੁੱਪ ਦੀ ਕਾਰਵਾਈ ਹੈ? ਨਹੀਂ, ਵਿਚਾਰਧਾਰਕ ਦਾ ਮਤਲਬ ਇਹ ਹੁੰਦਾ ਵੀ ਮਤਭੇਦ ਦਾ ਵਿਰੋਧ, ਵਿਚਾਰਕ ਵਿਰੋਧ ਕਰਕੇ, ਜਾਂ ਇਹਦੇ ਵਿੱਚ ਕੁਝ ਸਮਾਜ ਵਿਰੋਧੀ ਅੰਸਰਾਂ ਤੇ ਨਿੱਜੀ ਦੁਸ਼ਮਣੀਆਂ ਵੀ ਸ਼ਾਮਲ ਨੇ? ਨਿੱਜੀ ਦੁਸ਼ਮਣੀ ਕੋਈ ਸ਼ਾਮਲ ਨਹੀਂ। ਇਹ ਸਰਕਾਰ ਦੀ ਕੂਟਨੀਤੀ, ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਮੋਰਚੇ ਨੂੰ ਫੇਲ ਕਰਨ ਵਾਸਤੇ, ਤੇ ਸਰਕਾਰ ਦੇ ਸਾਜ਼ਿਸ਼ ਦੀ ਇੱਕ ਕਰੀ ਹੈ ਇਹ। ਜਦੋਂ ਮੋਰਚਾ ਖਤਮ ਹੋ ਗਿਆ ਤਾਂ ਕੀ ਤੁਸੀਂ ਮੁੜ ਪੁਰਾਣੀ ਪਰੰਪਰਾ ਅਨੁਸਾਰ ਹੀ ਆਪਣੀ ਪ੍ਰਚਾਰ ਮੁਹਿੰਮ ਤੇ ਗੁਰਮਤ ਦੀ ਪੜ੍ਹਾਈ ਵਿੱਚ ਲੱਗ ਜਾਓਗੇ, ਜਾਂ ਸਿੱਖ ਕੌਮ ਦੀ ਮੁਖੀ ਦੇ ਰੂਪ ਵਿੱਚ ਸੇਵਾ ਨਿਭਾਉਂਦੇ ਰਹੋਗੇ? ਇਹ ਪ੍ਰਸ਼ਨ ਤਾਂ ਬਣਦਾ ਜੇ ਪਹਿਲਾਂ ਅਸੀਂ ਬੰਦ ਕਰਕੇ ਬੈਠੇ ਹੋਈਏ। ਸਾਡਾ ਤਾਂ ਹੁਣ ਵੀ ਚੱਲੀ ਜਾਂਦਾ, ਇਹ ਪ੍ਰਸ਼ਨ ਹੀ ਗਲਤ। ਬਹੁਤੇ ਲੋਕ ਇਹ ਅਨੁਭਵ ਕਰਦੇ ਨੇ। ਅਨੁਭਵ ਕਰਨਾ ਹੋਰ ਚੀਜ਼ ਹੈ, ਜਿਹੜਾ ਮੈਥੋਂ ਪੁੱਛਣਾ। ਮੇਰੀ ਰਾਏ ਹੈ ਵੀ ਸਾਡਾ ਕੰਮ ਹੁਣ ਵੀ ਚੱਲਦਾ, ਖਬਰ ਸੰਚਾਰ ਹੁੰਦਾ ਹੈ। ਸੰਗਰਾਂਦ ਤੇ ਮੇਥੇ ਜਾ ਕੇ ਗਿਣਤੀ ਕਰ ਲਈ ਵੀ ਕਿੰਨੇ ਨੇ ਛੱਕੇ, ਕਿੰਨੇ ਸੈਂਕੜਿਆਂ ਨੇ। ਬਾਕੀ ਸਾਡਾ ਕੰਮ ਜਦੋਂ ਤੱਕ ਸਵਾਸ ਹੈ ਨਾ, ਇਹ ਪ੍ਰਚਾਰ ਕਰਨਾ, ਕੁਰਸੇ ਸਾਹਮਣੇ ਨਹੀਂ। ਇਹ ਸਾਹਬ ਲੈਣ ਤੇ ਜਿਹੜੇ ਆਏ, ਮੈਨੂੰ ਪਤਾ ਹੋਣਾ, ਮੈਨੂੰ ਪੁੱਛਣੀ ਕਿਉਂ ਦੱਸੋ। ਆਦ ਕੁਰਸੀਆਂ ਤੇ ਬਿਠਾਏ ਸੀ ਆਉਂਦੇ ਸਵੇਰੇ, ਜਾਂ ਕੋਈ ਕੁਰਸੀ ਕਰਸੀ ਡਾਈ ਹੋਏ ਦਿਨ। ਜੇ ਸ਼੍ਰੋਮਣੀ ਕਮੇਟੀ ਆਪਣਾ ਧਰਮ ਪ੍ਰਚਾਰ ਦਾ ਕਾਰਜ ਤੁਹਾਡੇ ਜਥੇ ਦੇ ਸਪੁਰਦ ਕਰ ਦੇਵੇ ਤਾਂ ਤੁਸੀਂ ਇਹ ਸਾਰਾ ਕਾਰਜ ਸੰਭਾਲਣ ਨੂੰ ਤਿਆਰ ਹੋ? ਮੇਰਾ ਕੰਮ ਤਾਂ ਪ੍ਰਚਾਰ ਕਰਨਾ, ਕਥਾ ਕੀਰਤਨ ਦਾ ਮੇਰਾ ਕੰਮ, ਹੋਰ ਕੋਈ ਨਹੀਂ। ਬਾਕੀ ਜੋ ਸੰਭਾਲਣਗੇ, ਜਿਹੋ ਜਿਹਾ ਸਮਾਂ ਹੋਗਾ ਉਹ ਉੱਤਰ ਦੇਵਾਂਗੇ। ਪਹਿਲਾਂ ਕਿਤੇ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਨ ਦਾ ਬੜਾ ਚਰਚਾ ਚੱਲਿਆ। ਜੇ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਜਾਏ ਜਾਂ ਤੁਹਾਨੂੰ ਪੇਸ਼ਕਸ਼ ਕੀਤੀ ਜਾਏ ਤਾਂ ਕੀ ਤੁਸੀਂ ਉਹ ਸੇਵਾ ਨਿਭਾਉਣ ਨੂੰ ਤਿਆਰ ਹੋ? ਮੈਂ ਉਹ ਸੇਵਾ ਦੇ ਲਾਇਕ ਨਹੀਂ। ਨਿਭਾਉਣੀ ਜਿਹੜੀ ਉਹ ਗੁਰੂ ਦੇ ਵੱਸ, ਸੇਵਾ ਨਿਭਾਉਣੀ ਗੁਰੂ ਦੇ ਵੱਸ। ਮੈਂ ਆਪਣੇ ਆਪ ਨੂੰ ਸੇਵਾ ਦੇ ਲਾਇਕ ਨਹੀਂ ਸਮਝਦਾ। ਚੁਣਨਾ ਸੰਗਤ ਦੇ ਵਾਸਤੇ। ਪਰ ਇੱਕ ਮੈਂ ਵੀ ਪੁੱਛਣਾ ਇੱਥੇ, ਬੋਲਦਾ ਨਹੀਂ ਹੁਣ ਕੋਈ ਨੇ ਸਵਾਲ ਪੁੱਛਿਆ ਕਿ ਨਿੱਕਾ ਜਿਹਾ ਮੈਨੂੰ ਪੁੱਛਣਾ ਨਹੀਂ, ਇਹਦੇ ਵਿੱਚ ਨਾਲ ਰਲਦਾ ਨਹੀਂ, ਘਰ ਦੀ ਗੱਲ ਹੀ ਹੈ। ਕਿ ਜਿਹੜੀ ਪਹਿਲੀ ਚੋਣ ਜਥੇ ਦੀ ਹੋਈ ਹੈ ਉਹ ਸੰਵਿਧਾਨ ਮੁਤਾਬਕ ਹੋਈ ਹੈ। ਕਰਨ ਵਾਲੇ ਦੱਸਣ ਪੱਤਰਕਾਰ ਤੇ ਦੱਸੇਗਾ। ਤੈਨੂੰ ਹੁਣ ਪੱਤਰਕਾਰ ਨੇ ਨਾ ਬਣਾ ਕੇ ਪੁੱਛਿਆ, ਹੁਣ ਮੈਂ ਪੱਤਰਕਾਰ ਹਾਂ ਇਸ ਪ੍ਰਸ਼ਨ ਵਿੱਚ। ਪ੍ਰਸ਼ਨ ਵਿੱਚ ਮੈਂ ਪੱਤਰਕਾਰ। ਹੁਣ ਸੰਵਿਧਾਨ ਇਹ ਆ, ਜਦੋਂ ਅਕਾਲ ਤਖਤ ਦੇ ਜਥੇਦਾਰ ਦੇ ਬਾਹਰ ਗੁਰਮੁਖ ਇੱਥੇ ਬਹਿ ਜਾਣ ਦਾ ਬਜ਼ੁਰਗ ਥੋੜਾ ਪਿਛਾ, ਜਦੋਂ ਜਥੇਦਾਰ ਦੀ ਚੋਣ ਕਰਨੀ ਹੋਵੇ, ਜੋ ਮੈਂ ਸੁਣਿਆ, ਪੜ੍ਹਿਆ ਨਹੀਂ ਸੁਣਿਆ, ਜਥੇਦਾਰ ਦੀ ਚੋਣ ਦਾ ਸਾਧਨ ਇਹ ਹੈ, 5 ਤਖਤਾਂ ਦੇ ਜਥੇਦਾਰ, ਭਾਵ ਜਿਹੜਾ ਚੋਣਾਂ ਉਹਨਾਂ ਨੂੰ ਛੱਡ ਕੇ 4 ਰਹਿ ਜਾਂਦੇ, ਬਾਕੀ 14 ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ, ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ, ਸਿੱਖ ਸਭਾਵਾਂ, ਇਹਨਾਂ ਨੂੰ ਚਿੱਠੀ ਪਾ ਕੇ ਸੂਚਿਤ ਕੀਤਾ ਜਾਂਦਾ ਤੇ ਸੰਗਤ ਦੀ ਇਕੱਤਰਤਾ ਕਰਕੇ ਰਾਏ ਲਈ ਜਾਂਦੀ ਹੈ। ਉਹ ਰਾਏ ਲੈ ਕੇ ਤੇ ਫਿਰ ਉਹ ਵਰਕਿੰਗ ਕਮੇਟੀ ਵਿੱਚ ਮਤਾ ਹੁੰਦਾ, ਫਿਰ ਏਜੰਟ ਉਹਦੇ ਵਿੱਚ ਆਉਂਦਾ,
ਉੱਥੋਂ ਪਾਸ ਕਰਕੇ ਤੇ ਫਿਰ ਉਹ ਜਕਾਰਾ ਛੱਡੇ ਜਾਂਦੇ। ਹਾਂਜੀ ਪਿਛਲੇ ਸਾਲਾਂ ਤੋਂ ਤੇ ਨਹੀਂ ਮੈਂ ਜਿੱਥੇ ਮੈਂ ਕੰਪਲੀਟ ਉਹ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਮੈंने ਕਮੇਟੀ ਦੀ ਮੈਨੂੰ ਪਤਾ, ਮੈਂ ਤਾਂ ਇਹਨਾਂ ਨੂੰ ਕਿਹਾ, ਮੈਨੂੰ ਥੋੜੀ ਜਾਣਕਾਰੀ ਹੈ। ਸਾਡੇ ਕੋਲ ਬਹੁਤ ਪੁਰਾਣੇ ਬੈਠੇ ਆ, ਇਦੋਂ ਵੀ ਪੁਰਾਣੇ ਹੈਗੇ। ਬਾਬਾ ਖੜਕ ਸਿੰਘ ਵੇਲੇ ਦਾ ਇੱਕ ਬਜ਼ੁਰਗ ਹੈਗਾ, ਉਹਨੇ ਇੱਕ ਪ੍ਰਸ਼ਨ ਵੀ ਕੀਤਾ ਕਿ ਕਿਸੇ ਕੋਲ ਜਵਾਬ ਨਹੀਂਗਾ, ਸਾਰੇ ਲੱਤਾਂ ਜਿਹੀਆਂ ਰਾਈ ਜਾਂਦੇ ਤੇ ਜਵਾਬ ਕਿਸੇ ਕੋਲ ਨਹੀਂ। ਹੁਣ ਇਹ ਜਿਹੜੀ ਚੋਣ ਹੋਈ ਹੈ, ਜਗਤ ਦੇ 15 ਮੈਂਬਰ ਹੈ, 6 ਹਾਜ਼ਰ ਸੀ, 9 ਗੈਰ ਹਾਜ਼ਰ ਸੀ। ਸਿੰਘ ਜਥੇਦਾਰ ਨੂੰ ਜਾ ਕੇ ਪੁੱਛੀ ਤੇ ਸੰਤਾਂ ਨੇ ਵੀ ਕੀ ਇਸ ਸੰਵਿਧਾਨ ਮੁਤਾਬਕ ਕੋਈ ਹੈ ਜਾਂ ਗੈਰ ਸਲੂਨ ਸੀ। ਮੈਨੂੰ ਤਾਂ ਜਦੋਂ ਤੂੰ ਬਣਾਵੇਂ ਕਰੋ ਵੇਖੀ ਜੋ ਸੋਚਾਂਗੇ ਜਾਣਾ ਨਹੀਂ। ਤੁਹਾਨੂੰ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਭਾਰਤ ਸਰਕਾਰ ਸਮਝੌਤੇ ਦੀ ਗੱਲਬਾਤ ਲਈ ਦਿੱਲੀ ਬੁਲਾਏ ਤਾਂ ਜਾਣ ਨੂੰ ਤਿਆਰ ਹੋ ਸਕਦੇ ਹੋ? ਜੇ ਤੁਹਾਡੇ ਨਾਲ ਗੱਲਬਾਤ ਰਾਹੀਂ ਸਿੱਖਾਂ ਦਾ ਮਸਲਾ ਹੱਲ ਹੋ ਸਕਦਾ ਹੋਵੇ ਤਾਂ ਤੁਸੀਂ ਸਹਿਯੋਗ ਦਿਓਗੇ? ਜੇ ਗੱਲਬਾਤ ਰਾਹੀਂ ਮੇਰੇ ਦੁਆਰਾ ਮਸਲਾ ਹੱਲ ਹੋ ਸਕਦਾ ਹੋਵੇ ਮੈਂ ਪੂਰਾ ਸਹਿਯੋਗ ਦੇਵਾਂਗਾ, ਪਰ ਦਿੱਲੀ ਜਾ ਕੇ ਨਹੀਂ, ਇਤਨਾਨ ਤੋਂ ਬਾਅਦ ਰਹਿ ਕੇ ਜੀ ਨਹੀਂ ਆਉਣਾ, ਇੱਥੇ ਆ ਜੀ, ਮੈਂ ਤਾਂ ਜਾਣਾ ਨਹੀਂ। ਕਿਉਂਕਿ ਜੇ ਸਾਡੇ ਲੀਡਰਾਂ ਦੇ 13 ਵੇਰਾਂ ਜਾਣ ਤੋਂ ਵੀ ਉਹਨਾਂ ਨੂੰ ਯਕੀਨ ਨਹੀਂ ਤੇ ਮੇਰੇ ਜਾਣ ਤੋਂ ਯਕੀਨ ਕਿਵੇਂ ਆ ਜੂ? ਤੇ ਨਾ ਮੈਂ ਜਾਣਾ, ਭਾਵੇਂ ਯਕੀਨ ਕਰ ਹੀ ਲੈਣ, ਇੱਥੇ ਆ ਜੇ। ਜੇ ਸ਼ੇਖ ਅਬਦੁੱਲੇ ਕੋਲ 2 ਵੇਰਾ ਜਾਵੜ ਸਕਦੀ ਤੇ ਇੱਥੇ ਮਹਿੰਗੀ ਲੱਗੀ ਆ, ਉਹਦਾ ਬਿਮਾਰ ਦਾ ਪਤਾ ਲੈਣ ਗਈ ਕਿ ਨਹੀਂ 2 ਵੇਰਾ? ਆਹੋ, ਤੇ ਜੇ ਤੁਹਾਡੇ ਹੁਣ ਦਿੱਲੀ ਵਾਲੇ ਚੜਕ ਹੋਵੇ ਤੇ ਭੇਜੋ ਨਾ ਉਹਨੂੰ ਇੱਥੇ। ਹਾਂ ਉਹਨੂੰ ਇੱਥੇ ਭੇਜਦਾ ਫਿਰ ਕਹਿੰਦੇ ਫਿਰ ਨਹੀਂ, ਆਪਾਂ ਕਿਹੜਾ ਮਾਰਨਾ ਉਹਨੂੰ, ਆਪਾਂ ਕਿਹੜਾ ਮਾਰਨਾ ਉਹਨੂੰ, ਗੱਲਬਾਤ ਕਰਨੀ ਹੈ। ਸਿੱਖ ਲੀਡਰਸ਼ਿਪ ਦੇ ਵਰਤਮਾਨ ਏਕੇ ਤੋਂ ਸੰਤੁਸ਼ਟ ਹੋ? ਇਸ ਏਕਤਾ ਵਿੱਚ ਹੋਰ ਵਾਧੇ ਲਈ ਤੁਹਾਡੇ ਪਾਸ ਕੀ ਸੁਝਾਅ ਨੇ? ਸਰਕਾਰ ਹੀ ਸਾਖੀਆਂ ਸੁਣਾਉਣੀਆਂ ਤੇ ਇਹੋ ਜਿਹੀਆਂ, ਜੇ ਨਾ ਆਖੇ ਲੱਗਣ ਤੋਂ ਸੰਗਤ ਦਾ ਇਕੱਠ ਕਰਕੇ ਸੰਗਤ ਵਿੱਚ ਸਾਰਿਆਂ ਦੀਆਂ ਗੱਲਾਂ ਦੱਸਣੀਆਂ ਵੀ ਆਹ ਕਰਦਾ ਤੇ ਦ੍ਰਿੜਤਾ ਸਹਿਤ ਗੱਲ ਕਹਿ ਦੇਣੀ। ਪਹਿਲਾ ਪ੍ਰਸ਼ਨ ਦਾ ਪੋਸਟਨ ਇਹ ਹੈ ਕਿ ਕੀ ਤੁਸੀਂ ਏਕਤਾ ਤੋਂ ਸੰਤੁਸ਼ਟ ਹੋ? ਉਹ ਮੋਰਚੇ ਤੱਕ ਤਾਂ ਹਾਂ ਹੀ ਨਾ ਫਿਰ ਵੇਖੀ ਜਾਓ। ਕਿਉਂ ਬਈ? ਜਦੋਂ ਤੱਕ ਹੈਗੀ ਆ ਉਦੋਂ ਤੱਕ ਤਾਂ ਸੰਤੁਸ਼ਟ ਹੀ ਹੈ। ਇਹ ਤਾਂ ਚੁੱਪ ਹੋ ਜਾਂਦਾ ਇਹਨੇ, ਬਾਹਰ ਲਿਆਉਂਦੇ ਟੇਪ ਰੱਖੀ ਹੁੰਦੀ ਨਾਲ ਦੀ ਨਾਲ ਘੁੰਮੀ ਜਾਂਦਾ ਕੰਮ। ਹਾਂ ਬਾਜੀ ਹੁਣ ਮੈਂ ਪੁੱਛਣ ਜਾਣ ਲੱਗੀ, ਕੀ ਤੁਸੀਂ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ ਹਾਂਜੀ ਤੇ ਸਿੱਖ ਦੁਖੀ ਹਿਰਦੇ ਨੂੰ ਸ਼ਾਂਤੀ ਦਿਵਾਉਣ ਵਾਸਤੇ ਇੰਦਰਾ ਗਾਂਧੀ ਨੂੰ ਪ੍ਰੇਰਿਤ ਕੇ ਇੱਥੇ ਅੰਮ੍ਰਿਤਸਰ ਭੇਜੋਗੇ? ਕਿ ਪਹਿਲਾਂ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਉਹ ਸਾਡੀ ਪ੍ਰੇਰਨਾ ਮੰਨ ਲੈ? ਮੈਂ ਸਮਝਦਾ ਗਾਂ ਚੱਲ, ਤੂੰ ਖੈਰ ਦੇ 1 ਮਿੰਟ ਫਿਕਰ ਨਾ ਕਰ, ਮੈਂ ਸਮਝਦਾ ਤੂੰ ਕਰਵਾਏਗਾ। ਤੇ ਚੱਲ ਨਹੀਂ, ਇਸ ਪਾਸੇ ਨੇ ਦੂਜੇ ਪਾਸੇ ਕੰਨ ਫੜਾ ਲੈਂਦੇ ਆ। ਜੇ ਤੁਹਾਡੀ ਹਿੰਮਤ ਨਹੀਂ ਕਿ ਤੁਸੀਂ ਦਿੱਲੀ ਦੀ ਜਿਤਨੀ ਸੰਗਤ ਸਿੱਖ ਹੋ ਉਹ ਸਾਰੇ ਇਕੱਠੇ ਹੋ ਕੇ ਉੱਥੇ ਦਿੱਲੀ ਗ੍ਰਿਫਤਾਰੀ ਦੇਵੋਗੇ? ਤੇ ਹੁਣ ਤਾਂ ਨਹੀਂ ਮਨਾ ਸਕਦੇ, ਕੋਈ ਆਪਸ ਵਿੱਚ ਤਾਂ ਮੰਨੋ ਨਾ। ਨਹੀਂ, ਦਿੱਲੀ ਦੇ ਸਾਰੇ ਸਿੱਖਾਂ ਨੂੰ ਇਕੱਠੇ ਕਰ ਸਕਣਾ ਇਹ ਕੋਈ ਜਥੇਬੰਦੀ ਦਾ ਪ੍ਰਧਾਨ ਪਾਰਟੀ ਸਹੀ, ਕਾਂਗਰਸ ਛੱਡ ਲਾ, ਅਕਾਲੀ ਪਾਰਟੀ ਦੀ ਗੱਲ ਕਰ ਰਿਹਾ, ਇਹ ਜਥੇਬੰਦੀ ਦਾ ਕੋਈ ਪ੍ਰਧਾਨ ਕਹਿ ਸਕਦਾ, ਇੱਕ ਸਧਾਰਨ ਵਰਕਰ ਨਹੀਂ ਕਹਿ ਸਕਦਾ।